ਸਾਲ 1903 ਉਹ ਵਰਾ ਜਦੋਂ ਰਾਈਟ ਬ੍ਰਦਰਜ਼ ਨੇ ਦੁਨੀਆ ਦਾ ਪਹਿਲਾ ਜਹਾਜ਼ ਉਡਾਇਆ ਸੀ। ਇਸ ਤੋਂ ਪੂਰੇ 8 ਸਾਲ ਬਾਅਦ ਇੱਕ ਜਹਾਜ਼ ਭਾਰਤ ਵਿੱਚ ਉਡਾਇਆ ਗਿਆ ਜਿਸ ਦਾ ਪਾਇਲਟ ਸੀ ਹੈਨਰੀ ਪਿਕੇਟ। ਉਸਨੇ ਇਲਾਹਾਬਾਦ ਤੋਂ ਨੈਣੀ ਤੱਕ ਦੀ 15 ਮਿੰਟ ਦੀ ਫਲਾਈਟ ਉਡਾਈ ਸੀ। ਇਹ ਸੀ ਭਾਰਤ ਦੀ ਪਹਿਲੀ ਫਲਾਈਟ ਜਿਸ ਵਿੱਚ ਮਹਾਕੁੰਭ ਮੇਲੇ ਲਈ ਚਿੱਠੀਆਂ ਕੈਰੀ ਕੀਤੀਆਂ ਗਈਆਂ ਸਨ। ਇਸ ਤੋਂ ਲਗਭਗ 20 ਸਾਲ ਬਾਅਦ 15 ਅਕਤੂਬਰ 1932 ਨੂੰ JRD ਟਾਟਾ ਜਹਾਂਗੀਰ ਰਤਨਜੀ ਦਾਦਾਬੋਏ ਟਾਟਾ ਨੇ ਪਹਿਲਾ 에ਅਰ ਇੰਡੀਆ ਦਾ ਪਲੇਨ ਉਡਾਇਆ ਸੀ ਕਰਾਚੀ ਤੋਂ ਬੰਬੇ ਤੱਕ, ਉਹ ਵੀ 25 ਕਿਲੋ ਚਿੱਠੀਆਂ ਲੱਦ ਕੇ। ਉਸ ਸਮੇਂ ਇਸ ਦਾ ਨਾਂ ਸੀ ਟਾਟਾ 에ਅਰਲਾਈਨਸ। ਇੱਥੋਂ ਤੱਕ ਪਹੁੰਚਣਾ JRD ਟਾਟਾ ਲਈ ਸੌਖਾ ਨਹੀਂ ਸੀ। ਸੂਈ ਦੇ ਨੱਕੇ ਚੋਂ ਲੰਘਣਾ ਪਿਆ ਸੀ JRD ਟਾਟਾ ਨੂੰ। ਹਵਾਈ ਜਹਾਜ਼ ਉਡਾਉਣਾ ਉਸ ਦਾ ਪੈਸ਼ਨ ਸੀ, ਪਰ ਇਸ ਦੇ ਨਾਲ ਉਸ ਦਾ ਇੱਕ ਹੋਰ ਸੁਪਨਾ ਸੀ। ਉਹ ਸੀ ਇੰਡੀਆ ਦੇ ਵਿੱਚ ਸਿਵਲ ਏਵੀਏਸ਼ਨ ਨੂੰ ਲਿਆਂਦਾ ਜਾਵੇ। ਸਿਵਲ ਏਵੀਏਸ਼ਨ ਦਾ ਮਤਲਬ ਆਮ ਲੋਕਾਂ ਨੂੰ ਵੀ ਜਹਾਜ਼ 'ਚ ਉੱਡਣ ਦਾ ਮੌਕਾ ਦੇਣਾ। ਪਰ ਅਜਿਹਾ ਕਰਨਾ ਉਸ ਲਈ ਇੰਨਾ ਸੌਖਾ ਨਹੀਂ ਸੀ ਕਿਉਂਕਿ ਇਸ ਲਈ ਸਰਕਾਰੀ ਮਦਦ ਚਾਹੀਦੀ ਸੀ। 1930 ਦੇ ਵਿੱਚ ਇੰਡੀਆ ਬ੍ਰਿਟਿਸ਼ਰਸ ਦੇ ਚੁੰਗਲ 'ਚ ਫਸਿਆ ਹੋਇਆ ਸੀ, ਪਰ ਉਹਨਾਂ ਦਿਨਾਂ 'ਚ ਸਰ ਦਬੁਰਜੀ ਟਾਟਾ ਨਾਂ ਦੇ ਇੱਕ ਵੱਡੇ ਸ਼ਖਸ ਨੇ ਭਾਰਤ ਵਿੱਚ JRD ਟਾਟਾ ਦੇ ਸੁਪਨੇ 'ਚ ਇਨਵੈਸਟ ਕਰਨ ਦਾ ਮਨ ਬਣਾ ਲਿਆ। ਟਾਟਾ ਨੇ ਬ੍ਰਿਟਿਸ਼ ਸਰਕਾਰ ਨੂੰ ਮਨਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ, ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਫਿਰ ਉਹਨਾਂ ਅੰਗਰੇਜ਼ੀ ਹਕੂਮਤ ਨੂੰ ਕਿਹਾ ਕਿ ਸਾਨੂੰ ਤੁਹਾਡੇ ਕੋਲੋਂ ਪੈਸੇ ਨਹੀਂ ਚਾਹੀਦੇ, ਅਸੀਂ ਆਪਣੀਆਂ ਸੇਵਾਵਾਂ ਤੁਹਾਨੂੰ ਡੋਨੇਟ ਕਰਦੇ ਹਾਂ, ਸਾਨੂੰ ਬਸ ਇੱਕ 에ਅਰਕ੍ਰਾਫਟ ਦੇ ਦਿਓ ਤੇ ਨਾਲ ਦੀ ਨਾਲ ਪਰਮਿਸ਼ਨ ਦੇ ਦਿਓ ਕਿ ਅਸੀਂ ਆਪਣੇ ਪਲੇਨ ਨੂੰ ਉਡਾ ਸਕੀਏ। ਉਧਰ ਸੌਦਾ ਘਾਟੇ ਦਾ ਨਹੀਂ, ਇਹ ਸੋਚ ਕੇ ਅੰਗਰੇਜ਼ੀ ਹਕੂਮਤ ਸਹਿਮਤ ਹੋ ਗਈ। ਫਿਰ ਇਸ ਤਰ੍ਹਾਂ ਜਨਮ ਹੋਇਆ ਟਾਟਾ 에ਅਰਲਾਈਨਸ ਦਾ ਭਾਰਤ ਦੇ ਵਿੱਚ। ਸਾਲ 1932 ਵਿੱਚ ਟਾਟਾ 에ਅਰਲਾਈਨਸ ਨੇ ਡੋਮੈਸਟਿਕ ਫਲਾਈਟਸ ਆਪਰੇਸ਼ਨਸ ਸ਼ੁਰੂ ਕੀਤੇ ਯਾਤਰੀਆਂ ਲਈ। ਉਸ ਵਕਤ ਇੱਕ ਰਿਟਰਨ ਟਿਕਟ ਬੰਬੇ ਟੂ ਮਦਰਾਸ ਦੀ ਕੀਮਤ ਸੀ 256 ਰੁਪਏ। ਫਿਰ 1946 ਦੇ ਵਿੱਚ ਟਾਟਾ ਦਾ ਨਾਮ ਬਦਲ ਕੇ 에ਅਰ ਇੰਡੀਆ ਰੱਖ ਦਿੱਤਾ ਗਿਆ ਅਤੇ ਉਸੇ ਹੀ ਸਾਲ ਇਸ ਨੂੰ ਪਬਲਿਕ ਲਿਮਿਟਿਡ ਕੰਪਨੀ ਵੀ ਬਣਾ ਦਿੱਤਾ ਗਿਆ, ਭਾਵ ਕਿ ਇੱਕ ਐਸੀ ਕੰਪਨੀ ਜਿਸ ਵਿੱਚ ਮੈਂ, ਤੁਸੀਂ, ਅਸੀਂ ਸਭ ਸ਼ੇਅਰ ਖਰੀਦ ਸਕਦੇ ਸੀ। ਫਿਰ 1948 ਦੇ ਵਿੱਚ ਆਜ਼ਾਦ ਹੋਣ ਮਗਰੋਂ ਨਵੀਂ ਭਾਰਤ ਸਰਕਾਰ ਨੇ 49% ਸ਼ੇਅਰ ਇੰਡੀਆ 에ਅਰਲਾਈਨ ਦੇ ਖਰੀਦ ਲਏ। ਫਿਰ JRD ਟਾਟਾ ਨੇ 에ਅਰ ਇੰਡੀਆ ਦੀਆਂ ਇੰਟਰਨੈਸ਼ਨਲ ਫਲਾਈਟਸ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ 1953 ਵਿੱਚ ਇੱਕ ਵੱਡਾ ਬਦਲਾਅ ਆਇਆ ਜਿਸ ਨਾਲ JRD ਟਾਟਾ ਨੂੰ ਬੜਾ ਧੱਕਾ ਲੱਗਿਆ। ਉਹ ਸੀ ਭਾਰਤ ਸਰਕਾਰ ਦਾ ਇੱਕ ਫੈਸਲਾ ਜਿਸ ਵਿੱਚ ਨਹਿਰੂ ਸਰਕਾਰ ਪੂਰਾ 에ਅਰਲਾਈਨਸ ਸੈਕਟਰ ਭਾਰਤ ਦੇ ਵਿੱਚ ਨੈਸ਼ਨਲਾਈਜ਼ਡ ਕਰਨ ਦਾ ਫੈਸਲਾ ਕਰਦੀ ਹੈ। ਫਿਰ ਸਰਕਾਰ ਨੇ 8 ਡੋਮੈਸਟਿਕ 에ਅਰਲਾਈਨਸ ਮਰਜ ਕਰਕੇ ਇੱਕ ਇੰਡੀਅਨ 에ਅਰਲਾਈਨਸ ਬਣਾ ਦਿੱਤੀ। ਇੰਨਾ ਕੁਝ ਕੀਤਾ, ਫਿਰ ਵੀ ਇਹ 에ਅਰਲਾਈਨਸ ਪਤਨ ਕਿਨਾਰੇ ਕਿਵੇਂ ਆ ਗਈ? ਇਹ ਸਭ ਦੇ ਮਨ ਦਾ ਸਵਾਲ ਹੈ। ਪਿਛਲੇ 20-30 ਸਾਲਾਂ 'ਚ 에ਅਰ ਇੰਡੀਆ ਦੀ ਹਾਲਤ ਇੰਨੀ ਪਤਲੀ ਕਿਵੇਂ ਹੋ ਗਈ? ਦਰਅਸਲ 2007 ਦੀ ਗੱਲ ਹੈ ਜਦੋਂ 에ਅਰ ਇੰਡੀਆ ਨੇ 541.30 ਕਰੋੜ ਦਾ ਤੇ ਇੰਡੀਅਨ 에ਅਰਲਾਈਨਸ ਨੇ 230.97 ਕਰੋੜ ਦਾ ਘਾਟਾ ਖਾਧਾ। ਫਿਰ ਸਰਕਾਰ ਨੇ ਦੋਨਾਂ ਨੂੰ ਮਰਜ ਕਰਕੇ ਨੈਸ਼ਨਲ ਏਵੀਏਸ਼ਨ ਕੰਪਨੀ ਆਫ ਇੰਡੀਅਨ ਲਿਮਿਟਿਡ ਬਣਾ ਦਿੱਤਾ, ਪਰ ਘਾਟਾ ਫਿਰ ਵੀ ਨਹੀਂ ਰੋਕ ਸਕੀ ਸਰਕਾਰ। ਕਿਉਂ ਘਾਟੇ ਵਿੱਚ ਜਾ ਰਹੀ ਸੀ ਇਹ ਕੰਪਨੀ? ਇਸ ਦੇ ਕੁਝ ਕਾਰਨ ਬੜੇ ਸਪਸ਼ਟ ਸੀ। ਜਦੋਂ ਇਹ ਮਰਜਰ ਹੋਇਆ ਤਾਂ ਸਰਕਾਰ ਨੇ ਇਸ ਉੱਤੇ 44,000 ਕਰੋੜ ਰੁਪਏ ਖਰਚ ਕੀਤੇ। ਫਿਰ ਤਨਖਾਹਾਂ ਦੇ ਖਰਚੇ ਵਧੇ। ਪਾਇਲਟ ਵੀ ਤਨਖਾਹਾਂ ਵਧਾਉਣ ਦੀ ਮੰਗ ਨੂੰ ਲੈ ਕੇ ਹੜਤਾਲ ਤੇ ਚਲੇ ਗਏ, ਜਿਸ ਕਰਕੇ ਕੰਪਨੀ ਨੂੰ ਰੈਵਨਿਊ ਲਾਸ ਸਹਿਣਾ ਪਿਆ। ਜਹਾਜ਼ ਉੱਡ ਨਹੀਂ ਸੀ ਰਹੇ, ਕੰਮਕਾਜ ਠੱਪ ਹੋ ਗਏ, ਤਦ ਸਰਕਾਰ ਦੇ ਮੋਢੇ ਕਰਜ਼ੇ ਨਾਲ ਭਾਰੇ ਹੋ ਗਏ। ਇੰਨਾ ਹੀ ਨਹੀਂ, ਇਸ ਤੋਂ ਬਾਅਦ 에ਅਰ ਇੰਡੀਆ ਨੂੰ ਲੈ ਕੇ ਸਰਕਾਰ ਨੇ ਕੁਝ ਹੋਰ ਖਰਾਬ ਫੈਸਲੇ ਲਏ। 에ਅਰ ਇੰਡੀਆ ਦੇ ਕੁਝ ਹੋਰ ਇੰਟਰਨੈਸ਼ਨਲ ਰੂਟਸ ਅਤੇ ਫਲਾਈਟਸ ਉਡਾਉਣ ਦਾ ਮਨ ਬਣਾਇਆ, ਪਰ ਇਹ ਫੈਸਲਾ ਵੀ ਸਰਕਾਰ ਦਾ ਲਾਸ ਮੇਕਿੰਗ ਨਿਕਲਿਆ। ਇਸ ਤੋਂ ਇਲਾਵਾ ਇਹ ਵੀ ਆਖਿਆ ਜਾ ਰਿਹਾ ਹੈ ਕਿ 에ਅਰ ਇੰਡੀਆ ਨੇ ਲੋੜੋਂ ਵੱਧ ਕਰੂ ਮੈਂਬਰਸ ਨੂੰ ਹਾਇਰ ਕਰਕੇ ਵਿੱਤੀ ਬੋਝ ਵਧਾ ਲਿਆ ਸੀ। ਜਿਤੇਂਦਰ ਭਾਰਗਵ ਜੋ ਕੰਪਨੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਨੇ, ਉਹ ਕਹਿੰਦੇ ਨੇ ਕਿ 에ਅਰ ਇੰਡੀਆ ਦੇ ਕ੍ਰਾਈਸਿਸ 1970 ਵਿੱਚ ਸ਼ੁਰੂ ਹੋ ਗਏ ਸਨ। ਉਹ ਕਹਿੰਦੇ ਨੇ ਕਿ ਟੌਪ ਮੈਨੇਜਮੈਂਟ ਨੂੰ ਇਹਨਾਂ ਦਿਨਾਂ 'ਚ ਬਦਲ ਦਿੱਤਾ ਗਿਆ
ਤੇ ਫਿਰ ਕੈਬਿਨ ਕਰੂ ਮੈਂਬਰਾਂ ਦੀ ਟ੍ਰੇਨਿੰਗ 'ਚ ਵੀ ਬਦਲਾ ਲਿਆਂਦਾ ਗਿਆ। ਇਨ ਫਲਾਈਟ ਸਰਵਿਸਿਜ਼ ਜੋ ਕਿ 에ਅਰ ਇੰਡੀਆ ਦੀ ਟੌਪ ਪ੍ਰਾਇੋਰਟੀ ਸੀ, ਜਿਸ ਕਰਕੇ ਸਾਰੇ ਲੋਕ 에ਅਰ ਇੰਡੀਆ ਨੂੰ ਪਸੰਦ ਕਰਦੇ ਸੀ। ਪਰ ਇਸ ਬਦਲਾਅ ਤੋਂ ਬਾਅਦ ਕੈਬਿਨ ਕਰੂ ਨੂੰ ਸਹੀ ਤਰੀਕੇ ਨਾਲ ਟ੍ਰੇਨਡ ਨਹੀਂ ਕੀਤਾ ਗਿਆ। ਕੰਪਨੀ ਨੇ ਬਿਨਾਂ ਚੰਗੀ ਸਕਰੀਨਿੰਗ ਤੋਂ ਹੋਰ ਲੋਕਾਂ ਨੂੰ ਹਾਇਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਐਕਸਪੈਂਸਿਸ ਵੱਧ ਗਏ ਅਤੇ ਸਟੈਂਡਰਡ ਬੜਾ ਲੋ ਹੋ ਗਿਆ। ਫਲਾਈਟ ਸਰਵਿਸਿਜ਼ ਦੇ ਸਟੈਂਡਰਡ ਜਦੋਂ ਲੋ ਹੋਏ ਤਾਂ ਯਾਤਰੀਆਂ ਦਾ ਝੁਕਾਅ ਹੋਰ 에ਅਰਲਾਈਨਸ ਵੱਲ ਨੂੰ ਹੋ ਗਿਆ। ਕਿਉਂਕਿ ਸਰਕਾਰ ਦੀ ਮਨਮਰਜ਼ੀ ਪੂਰੀ ਚੱਲਦੀ ਸੀ ਤਾਂ ਮੰਨਿਆ ਜਾ ਰਿਹਾ ਹੈ ਕਿ ਸਰਕਾਰੀ ਤੰਤਰ 'ਚ ਉੱਪਰ ਬੈਠੇ ਲੋਕ ਸਹੀ ਫੈਸਲੇ ਨਹੀਂ ਲੈ ਸਕੇ। ਬੈਡ ਮੈਨੇਜਮੈਂਟ, ਇੰਪ੍ਰੋਪਰ ਡਿਸੀਜਨਸ ਕਰਕੇ ਪਤਨ ਹੋਇਆ ਇਸ 에ਅਰਲਾਈਨ ਦਾ। 2017 ਚ ਭਾਰਤ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਉਹ 에ਅਰ ਇੰਡੀਆ ਨੂੰ ਪ੍ਰਾਈਵੇਟਾਈਜ਼ਡ ਕਰਨਗੇ। 31 ਮਾਰਚ 2020 ਤੱਕ ਆਉਂਦਿਆਂ 에ਅਰ ਇੰਡੀਆ ਕੁੱਲ 70,000 ਕਰੋੜ ਦਾ ਘਾਟਾ ਖਾ ਚੁੱਕੀ ਸੀ। ਫਿਰ 8 ਅਕਤੂਬਰ ਨੂੰ ਮਜਬੂਰੀ ਵਸ ਸਰਕਾਰ ਨੇ 18,000 ਕਰੋੜ 'ਚ 에ਅਰ ਇੰਡੀਆ ਟਾਟਾ ਦੇ ਹਵਾਲੇ ਕਰ ਦਿੱਤੀ। 에ਅਰਲਾਈਨ ਇੱਕ ਵਾਰ ਫਿਰ ਆਪਣੇ ਅਸਲੀ ਮਾਲਕ ਦੇ ਹੱਥਾਂ ਵਿੱਚ ਚਲੀ ਗਈ, ਟਾਟਾਸ। ਕੀ ਟਾਟਾ ਦੇ ਹੱਥਾਂ 'ਚ ਜਾ ਕੇ ਇੰਡੀਅਨ 에ਅਰਲਾਈਨਸ ਪਹਿਲਾਂ ਵਾਂਗ ਨੰਬਰ 1 에ਅਰਲਾਈਨ ਬਣ ਜਾਵੇਗੀ? ਦੁਨੀਆ 'ਚ ਵਾਪਸ ਆਪਣੀ ਪਹਿਚਾਣ ਬਣਾ ਲਵੇਗੀ? ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀ ਰੋਚਕ ਅਤੇ ਲਾਭਕਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਇਸੇ ਤਰ੍ਹਾਂ ਦੇਖਦੇ ਰਹਿਣਾ ਜੀ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।